ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਆਪਾਂ ਵਿਚਾਰ ਕਰਾਂਗੇ, ਗੁਰ ਕਿਰਪਾ ਦੁਆਰਾ ਪਾਤਸ਼ਾਹ ਕਹਿੰਦੇ, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਕਿੰਨੇ ਹੀ ਪਾਤਸ਼ਾਹ ਕਹਿੰਦੇ ਸਿੱਧ ਹੋਏ ਨੇ। ਪਿੱਛੇ ਵੀ ਵਿਚਾਰ ਆਈ ਸੀ, ਸੁਣਿਆ ਸਿੱਧ ਪੀਰ ਸੁਰਨਾਥ। ਤੇ ਬੁੱਧ ਵੀ ਪਾਤਸ਼ਾਹ ਕਹਿੰਦੇ ਕੀਤੇ ਹੀ ਨੇ। ਇੱਕ ਮਹਾਤਮਾ ਬੁੱਧ ਵੀ ਹੋਇਆ, ਉਸ ਨੂੰ ਵੀ ਨਿਰੰਕਾਰ ਬਾਰੇ ਪੂਰੀ ਸੋਝੀ ਨਹੀਂ ਹੋ ਸਕੀ, ਇਸੇ ਕਰਕੇ ਚੁੱਪ ਰਿਹਾ। ਗਿਆਨ ਖੰਡ ਵਿੱਚ ਪਤਾ ਚੱਲ ਜਾਂਦਾ ਹੈ ਕਿ ਬਹੁਤ ਹੀ ਬੁੱਧ ਹਨ। ਸਿੱਧ ਤੋਂ ਭਾਵ ਸਮਝ ਵੀ ਹੈ, ਬਾਸੋਝੀ ਵੀ ਹੈ। ਗੁਰਬਾਣੀ ਦੇ ਅੰਦਰ ਜਿੱਥੇ ਵੀ ਸਿੱਧੀ ਸ਼ਬਦ ਆਉਂਦਾ ਉਹ ਇੱਕ ਵਚਨ ਆਉਂਦਾ ਹੈ। ਦਸਮ ਗ੍ਰੰਥ ਦੇ ਅੰਦਰ ਵੀ ਸਿੱਧੀ ਦਾ ਅਰਥ ਸੋਝੀ ਹੋਈ ਹੈ। ਜਿਨ੍ਹਾਂ ਨੂੰ ਵੀ ਥੋੜੀ ਥੋੜੀ ਸੋਝੀ ਆਈ, ਤੈਸੀ ਹੀ ਮਤ ਚਲਾ ਲਈ। ਸੋ ਬੁੱਧ ਨੇ ਵੀ ਐਸਾ ਹੀ ਕੀਤਾ, ਗਿਆਨ ਹੀ ਮਤ ਬਣਦੀ ਹੈ। ਨਾਥ ਵੀ ਬਥੇਰੇ ਹਨ ਬਾਹਰ ਤਾਂ, ਪਰ ਹਰ ਇੱਕ ਦੇ ਅੰਦਰ ਇੱਕ ਨਾਥ ਬੈਠਾ ਹੈ, ਜਿਸ ਦੀ ਕਿਸੇ ਕਿਸੇ ਨੂੰ ਸੋਝੀ ਆਉਂਦੀ ਹੈ। ਸੋ ਕੇਤੇ ਹੀ ਦੇਵੀ ਦੇ ਵੇਸਾਨ ਦੇਵੀ ਹੁੰਦੀ ਹੈ। ਅਕਲ ਬੁੱਧੀ ਮਤ ਬੜੇ ਤਰ੍ਹਾਂ ਦੀ ਅਕਲ ਹੈ। ਗਿਆਨ ਖੰਡ ਵਿੱਚ ਕਿਰਪਾ ਦੀ ਗੱਲ ਚੱਲ ਰਹੀ ਹੈ। ਅੱਗੇ ਬਰੀਕੀਆਂ ਦੱਸਣ ਦੀ ਕਲਾ ਮਿਲ ਜਾਂਦੀ ਹੈ। ਇੱਕ ਵੇਸ ਹੈ ਦੇਵੀ ਦਾ ਜੋ ਸੰਸਾਰ ਨੂੰ ਬਚਾਉਣ ਵਾਸਤੇ ਹੈ, ਉਹ ਹੈ ਗੁਰਮਤਿ, ਚੰਡੀ, ਚੰਡਿਕਾ, ਗੁਰਬਾਣੀ। ਬਾਕੀ ਸਭ ਧੋਖਾ ਦੇਣ ਵਾਲੇ ਹਨ, ਬੇਅੰਤ ਹਨ। ਪਾਤਸ਼ਾਹ ਕਹਿੰਦੇ ਸਿੱਧ ਬੁੱਧ ਨਾਥ ਦੇਵੀ ਦੇ ਵੇਸ। ਸਭ ਆਪਣੇ ਆਪਣੇ ਮਨਾਂ ਦੇ ਅੰਦਰ ਝਾਤੀ ਮਾਰਨ, ਕੀ ਹਾਲਤ ਹੈ ਜੀਵ ਦੀ। ਬਾਕੀ ਗੱਲਾਂ ਛੱਡੋ, ਹੇ ਮੇਰੇ ਮਨਾ, ਤੂੰ ਆਪਣੇ ਅੰਦਰ ਝਾਤੀ ਮਾਰ ਕਿ ਤੇਰੇ ਅੰਦਰ ਕਿੰਨੀ ਕੁ ਸੋਝੀ ਹੈ, ਕਿੰਨੀ ਕੁ ਬੁੱਧ ਹੈ, ਅਕਲ ਹੈ, ਗਿਆਨ ਹੈ। ਕਿੰਨਾ ਕੁ ਤੇਰਾ ਮਨ ਨਾਥਿਆ ਹੋਇਆ, ਕਿੰਨਾ ਕੁ ਤੇਰੀ ਦੇਵੀ ਦਾ ਜਿਹੜੀ ਬੁੱਧੀ ਹੈ, ਅਕਲ ਹੈ, ਉਹਦਾ ਬੇਸ ਹੈ, ਕਿੰਨਾ ਕੁ ਸ਼ੁੱਧ ਹੈ, ਕਿੰਨਾ ਕੁ ਅਸ਼ੁੱਧ ਹੈ। ਕੇਤੇ ਦੇਵ ਦਾਨਵ ਮੁਨੀ ਕੇਤੇ, ਕੇਤੇ ਰਤਨ ਸੁਮੰਦ। ਮਤੀ ਦੇਵੀ ਆਦਿ ਦੀ ਬਾਣੀ ਵਿੱਚ ਵੀ ਆਇਆ। ਦੇਵੀ ਤੋਂ ਭਾਵ ਹੁੰਦਾ ਹੈ ਮਤ, ਅਕਲ। ਦੇਵ ਸਾਰਿਆਂ ਦੇ ਅੰਦਰ ਹੈ, ਇਹੀ ਬ੍ਰਹਮਾ ਹੈ। ਵਿਸ਼ਨ ਹੈ, ਮਹੇਸ਼, ਕਾਨ ਵੀ ਹੈ। ਮਨ ਕਾਲਾ ਹੈ, ਇਸੇ ਕਰਕੇ ਕਾਨ ਹੈ। ਚਿੱਤ ਕਰਕੇ ਰਾਮ ਹੈ। ਤਿੰਨ ਗੁਣ ਹਨ ਇਸ ਦੇ। ਰਾਮ ਤੋਂ ਕ੍ਰਿਸ਼ਨ ਦਾ ਜਨਮ ਹੁੰਦਾ ਹੈ। ਰਾਮ ਭਾਣੇ ਵਿੱਚ ਹੈ, ਕ੍ਰਿਸ਼ਨ ਭਾਣੇ ਦਾ ਵਿਰੋਧੀ ਹੈ। ਮੈਂ ਇੱਥੇ ਅੰਦਰਲੇ ਰਾਮ ਕ੍ਰਿਸ਼ਨ ਦੀ ਗੱਲ ਕਰਦਾ ਹਾਂ। ਅਸਲ ਵਿੱਚ ਜੋ ਰਾਜਾ ਰਾਮਚੰਦਰ ਹੋਇਆ, ਉਸ ਦੇ ਨਾਮ ਤੋਂ ਵੀ ਪਤਾ ਲੱਗਦਾ ਹੈ ਕਿ ਰਾਮ ਹੈ ਜਿਹੜਾ ਉਹ ਮੂਲ ਹੈ। ਚੰਦਰ ਹੁੰਦਾ ਮਨ, ਭਾਵ ਰਾਮ ਦੇ ਅੰਦਰ ਹਿਰਦੇ ਵਿੱਚ ਵੀ ਰਾਮ ਸੀ, ਉਸ ਦੇ ਅੰਦਰ ਮਨ ਵੀ ਸੀ। ਤਾਂ ਹੀ ਸ਼੍ਰੀ ਭਗਤ ਸੰਭੂਕ ਜੀ ਨੂੰ ਮਾਰ ਦਿੱਤਾ, ਭਾਵ ਕੇ ਸਰੀਰ ਕਰਕੇ ਵੱਧ ਕੀਤਾ। ਮਨ 'ਚ ਮੈਲ ਆਈ, ਸਰੀਰਾਂ ਦਾ ਵੱਧ ਤਾਂ ਛੇਵੇਂ ਪਾਤਸ਼ਾਹ ਜੀ ਨੇ ਵੀ ਵਾਹ
ਦਸਵੇਂ ਪਾਤਸ਼ਾਹ ਜੀ ਨੇ ਵੀ ਕੀਤਾ, ਪਰ ਕਿਸੇ ਭਗਤੀ ਕਰਨ ਵਾਲੇ ਤੇ ਵਾਰ ਨਹੀਂ ਕੀਤਾ। ਜੋ ਸੱਚੀ ਸੁੱਚੀ ਭਗਤੀ ਕਰਦਾ ਸੀ ਸਗੋਂ ਉਸ ਦੇ ਹੱਕ ਵਿੱਚ ਖੜੇ, ਕਿਉਂਕਿ ਮਨ ਸ਼ੁੱਧ ਸੀ, ਮਨ ਦੇ ਅੰਦਰ ਵਿਕਾਰ ਨਹੀਂ ਸੀ, ਮੈਲ ਨਹੀਂ ਸੀ। ਸਰੀਰ ਦਾ ਵਧ ਕਰਨਾ ਜਾਂ ਨਾ ਕਰਨਾ ਪਰਮੇਸ਼ਰ ਦੇ ਹੱਥ ਵਿੱਚ ਹੈ, ਕਿਸੇ ਵੀ ਮਨੁੱਖ ਦੇ ਅੰਦਰ ਨਹੀਂ। ਤਾਂ ਹੀ ਇਹਨਾਂ ਪੁਰਖਾਂ ਨੇ ਕਦੇ ਅਫਸੋਸ ਨਹੀਂ ਕੀਤਾ, ਉਦਾਸ ਨਹੀਂ ਹੋਏ, ਸਗੋਂ ਪ੍ਰਸੰਨ ਰਹਿੰਦੇ ਸਨ। ਭਾਵੇਂ ਆਪਣੇ ਪਰਿਵਾਰ ਦੇ ਜੀ ਸਨ, ਜੋ ਸੰਸਾਰੀ ਪਰਿਵਾਰ ਸੀ, ਤਾਂ ਵੀ ਉਦਾਸ ਨਹੀਂ ਹੋਏ। ਕਿਉਂਕਿ ਇਹਨਾਂ ਨੇ ਕਿਸੇ ਨੂੰ ਵੈਰੀ ਮੰਨਿਆ ਹੀ ਨਹੀਂ ਹੈ। ਸਭ ਨੂੰ ਆਪਣੇ ਆਖਿਆ, ਅੱਗੋਂ ਅਗਲੇ ਦੀ ਕੀ ਸੋਚ ਹੈ ਉਹ ਜਾਣੇ। ਨਾ ਕੋ ਵੈਰੀ ਨਹੀਂ ਵਿਗਾਨਾ, ਸਗਲ ਸੰਗ ਹਮ ਕੋ ਵਡਿਆਈ। ਕੈਸੀ ਬਿਰਤੀ ਹੈ ਗੁਰਮੁਖ ਦੀ। ਸੋ ਪਾਤਸ਼ਾਹ ਕਹਿੰਦੇ, ਕੇਤੇ ਦੇਵ ਦਾਨ ਮਹਾਨ, ਮਨ ਉਹ ਜਿਹੜੇ ਹੰਕਾਰੀ ਨੇ, ਮਾਇਆ ਦੀ ਪ੍ਰਾਪਤੀ ਲਈ, ਰਾਜ ਸਤਾ ਲਈ ਵੱਧ ਕਰਦੇ ਹਨ। ਵੱਧ ਹੋਣ ਵਾਲੇ ਸਰੀਰਾਂ ਕੋਲ ਸਮਾਂ ਹੈ, ਪਰ ਹੰਕਾਰੀ ਜੀਵ ਆਤਮਾ ਹੈ। ਪਰ ਹੰਕਾਰੀ ਜੀਵ ਆਤਮਾ ਜਿਹੜੀ ਰਾਜ ਸਤਾ ਲਈ ਲੜਦੀ ਹੈ ਤੇ ਸਰੀਰਾਂ ਦਾ ਵੱਧ ਕਰਦੀ ਹੈ, ਉਸ ਆਤਮਾ ਨੇ ਫਿਰ ਸਰੀਰ ਬੜੇ ਭਿਆਨਕ ਮਿਲਦੇ ਹਨ। ਜਿਵੇਂ ਗੰਦਗੀ ਵਿੱਚ ਕੋਈ ਕੀੜਾ ਹੈ, ਕੀੜੇ ਦੇ ਸੱਟ ਵੱਜ ਜਾਵੇ, ਜ਼ਖਮ ਹੋ ਜਾਵੇ, ਉਸ ਵਿੱਚ ਫਿਰ ਕੀੜਾ ਪੈਦਾ ਹੋ ਜਾਵੇ। ਇਹ ਜੂਨੀ ਮਿਲਦੀ ਹੈ ਹੰਕਾਰੀ ਆਤਮਾ ਨੂੰ। ਤਾਂ ਹੀ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਹੇ ਮੇਰੇ ਮਨਾ ਤੇਰੇ ਵਾਸਤੇ ਸੋਝੀ ਬਖਸ਼ੀ ਹੈ ਕਿ ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ। ਇਹ ਤੇਰੇ ਤੇ ਦੋਸ਼ ਲੱਗ ਜਾਂਦਾ ਹੈ। ਬਥੇਰੇ ਹਨ ਪਾਤਸ਼ਾਹ ਕਹਿੰਦੇ ਮੁਨੀ ਜਿਹੜੇ ਚੁੱਪ ਹੀ ਰਹਿੰਦੇ ਹੈ ਕਿ ਜੀ ਆਪਾਂ ਨੇ ਕੀ ਲੈਣਾ, ਚੁੱਪ ਕਰਕੇ ਆਨੰਦ ਲਾਓ। ਗੱਲ ਵੀ ਠੀਕ ਹੈ, ਅਸਲ ਵਿੱਚ ਝੂਠ ਵਿੱਚ ਹੀ ਆਨੰਦ ਹੁੰਦਾ ਹੈ। ਸੱਚ ਤਾਂ ਸਿਰ ਚੜ੍ਹ ਕੇ ਬੋਲਦਾ, ਸੱਚ ਵਾਲਿਆਂ ਨੂੰ ਤਾਂ ਬਿਪਤਾ ਪੈ ਜਾਂਦੀ ਹੈ। ਸੱਚ ਕਹਿਣ ਵਾਲਿਆਂ ਨੂੰ ਤਾਂ ਬਿਪਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਭਗਤਾਂ ਤੇ ਗੁਰ ਸਾਹਿਬਾਨਾਂ ਨੇ ਕੀਤਾ ਹੀ ਹੈ, ਉਹ ਚੁੱਪ ਨਹੀਂ ਰਹੇ। ਸੰਸਾਰੀ ਰਿਸ਼ੀ ਮੁਨੀ ਚੁੱਪ ਰਹੇ ਨੇ, ਅੱਜ ਵੀ ਬਥੇਰੇ ਹਨ ਮੁਨੀ ਜੋ ਚੁੱਪ ਹਨ। ਸੋ ਭਗਤ ਸਾਹਿਬਾਨਾਂ ਨੇ ਜੋ ਅਸਲੀ ਮੁਨੀ ਹੈ ਉਹਦੀ ਪਰਿਭਾਸ਼ਾ ਦੱਸੀ ਹੈ, ਕਬਨ ਸੋ ਮੁਨੀ ਜੋ ਮਨ ਕੋ ਮਾਰੈ, ਮਨ ਕੋ ਮਾਰੈ ਕਹੋ ਜਿਸ ਤਾਰੈ, ਕੀਤੇ ਹੀ ਰਤਨ ਨੇ ਕੀਤੇ ਹੀ ਸਮੁੰਦਰ ਨੇ। ਇਹ ਵੀ ਗੱਲ ਬੁੱਝਣ ਵਾਲੀ ਹੈ। ਹੁਣ ਸਾਡੀ ਧਰਤੀ ਤੇ ਤਾਂ 7 ਸਮੁੰਦਰ ਨੇ, ਰਤਨ ਵੀ ਹਨ, ਸੋਨਾ ਹੀਰੇ ਮੋਤੀ ਲਾਲ ਜਵਾਹਰ ਮਾਣਕ ਮੂੰਗਾ ਪੰਨਾ ਪੁਖਰਾਜ ਨੀਲਮ ਗੋਮੇਦ ਮਣੀ ਪਾਰਸ ਚੰਦਨ ਅੰਬਰ ਰੇਸ਼ਮ ਕਾਪਰ ਲੋਹਾ ਚਾਂਦੀ ਤਾਂਬਾ ਪਿੱਤਲ ਆਦਿ। ਇਹ ਰਤਨ ਹਨ, ਇਹ ਧਾਤਾਂ ਹਨ, ਹੋਰ ਪਤਾ ਨਹੀਂ ਕਿੰਨੀਆਂ ਕੁ ਹੋਣ। ਸੋ ਅਸਲੀ ਸਮੁੰਦਰ ਹੈ ਹਿਰਦਾ, ਰਿੜਕਣਾ ਹੈ ਬੁੱਧੀ ਨਾਲ, ਫਿਰ ਪ੍ਰਾਪਤ ਹੋਣਾ ਮੱਖਣ, ਉਹ ਖਾਣਾ ਹੈ। ਉਹ ਮੱਖਣ ਬੁੱਧੀ ਨੂੰ ਤਾਕਤ ਦਿੰਦਾ ਹੈ। ਲੱਸੀ ਹੈ ਮਾਇਆ, ਉਹ ਸੰਸਾਰ ਲਈ ਛੱਡ ਦੇਣੀ ਹੈ। ਮਾਇਆ ਦੀਆਂ ਇੱਛਾਵਾਂ ਮਨੋ ਕਾਮਨਾਵਾਂ ਪੂਰੀਆਂ ਕਰਨ ਲਈ ਅਰਦਾਸਾਂ ਬੇਨਤੀਆਂ ਜਾਪ ਆਦਿ, ਇਹ ਸਭ ਲੱਸੀ ਹੈ। ਗੁਰਬਾਣੀ ਆਖਦੀ ਹੈ, ਸੰਤੋ ਮਾਖਣ ਖਾਇਆ ਛਾਛ ਪੀਐ ਸੰਸਾਰ। ਰਿੜਕਣਾ ਦੁੱਧ ਹੈ ਮਨਾ, ਤੂੰ ਰਿੜਕੀ ਪਾਣੀ ਜਾਂਦਾ। ਪਾਣੀ ਭਾਵ ਕੀ ਹੈ? ਸਰੀਰ ਨੂੰ ਰਿੜਕਣਾ, ਸਰੀਰ ਨੂੰ ਤਕਲੀਫ ਦੇਣੀ, ਸਰੀਰ ਨੂੰ ਤੰਗ ਕਰੀ ਜਾਣਾ, ਸਰੀਰ ਕਰਕੇ ਸਭ ਕੁਝ ਕਰਨਾ। ਇਸ ਦੀ ਸੋਝੀ ਰੱਖਣੀ।
ਗੁਰਬਾਣੀ ਕੀ ਕਹਿੰਦੀ? ਮਹੱਲਾ ਪਹਿਲਾ। ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਧੀਰਤ ਭਵਿਆ ਤੇਤੋ ਲੈਵੇ। ਤੂੰ ਲਿਖ ਲਿਖੀ ਹੋਈ ਚੀਜ਼ ਨੂੰ ਪੜ੍ਹੀ ਜਾ ਰਿਹਾ ਹੈ, ਬਾਰ-ਬਾਰ ਸਮਝਣਾ ਹੁੰਦਾ ਹੈ। ਲਿਖਿਆ ਇੱਕ ਵਾਰੀ ਜਾਂਦਾ, ਉਹਨੂੰ ਬਾਰ-ਬਾਰ ਸਮਝਿਆ ਜਾਂਦਾ। ਲਿਖੀ ਤਾਂ ਗੁਰਬਾਣੀ ਇੱਕ ਵਾਰੀ ਗਈ। ਇਸ ਨੂੰ ਹੇ ਮੇਰੇ ਮਨਾ ਬਾਰ-ਬਾਰ ਸਮਝ। ਇਹਨਾਂ ਅੱਖਰਾਂ ਰੂਪੀ ਦੁੱਧ ਚੋਂ ਮੱਖਣ ਤੱਤਵਾ ਨਾਮ ਪ੍ਰਾਪਤ ਕਰਨਾ ਹੈ। ਰਿੜਕਣਾ ਬੁੱਧੀ ਨਾਲ ਹੈ, ਬਾਰ-ਬਾਰ ਦੋਨੋਂ ਪਾਸੇ ਬੁੱਧੀ ਨੂੰ ਦਿਖਾਉਣੇ ਹਨ, ਨਿਰਾਕਾਰੀ ਵੀ ਸੰਸਾਰੀ ਵੀ। ਫਿਰ ਨਿਰਾਕਾਰੀ ਸੋਝੀ ਮੱਖਣ ਹੈ, ਆਤਮਾ ਕੀ ਹੈ, ਕਿੱਥੇ ਹੈ, ਕਿਹੋ ਜਿਹੀ ਹੈ। ਆਤਮਾ ਦਾ ਮੂਲ ਕੀ ਹੈ, ਕਿੱਥੇ ਹੈ, ਹਿਰਦਾ ਕੀ ਹੈ, ਸ਼ਬਦ ਕੀ ਹੈ, ਅੱਖਰ ਕੀ ਹਨ, ਨਾਮ ਕੀ ਹੈ, ਸੇਵਾ ਕੀ ਹੈ, ਪਾਪ ਪੁੰਨ ਕੀ ਹਨ, ਦਾਨ ਸੋਭਾ ਜਸ ਅਪਜਸ ਲਾਭ ਹਾਨੀ ਕੀ ਹੈ। ਫਿਰ ਸਾਰੀ ਸੋਝੀ ਹੁੰਦੀ ਹੈ। ਲੱਸੀ ਕੀ ਹੈ, ਸੰਸਾਰੀ ਸੋਝੀ, ਕੰਮ ਕਿਵੇਂ ਚੱਲੂ, ਪੈਸੇ ਕਿਵੇਂ ਜੁੜਨਗੇ, ਮੁੰਡਾ ਹੋ ਕੁੜੀ ਹੋ, ਫਿਰ ਕਿਵੇਂ ਪੜ੍ਹਾਉਣੇ ਹਨ, ਕਿਵੇਂ ਪਾਲਣੇ ਹਨ, ਵਿਆਹੁਣੇ ਹਨ, ਕਿਹੜਾ ਪਾਠ ਕਦੋਂ ਕਰਨਾ, ਕਿੰਨਾ ਕਰਨਾ, ਕਿਵੇਂ ਕਰਨਾ, ਕੀ ਫਲ ਮਿਲੂ, ਨਿਤਨੇਮ ਪੱਕਾ ਕਰਨਾ, ਸਰੀਰ ਸਮੇਂ ਸਿਰ ਧੋਣਾ, ਹੱਥ ਸੁੱਚੇ ਰੱਖਣੇ, ਆਦਿ ਵਗੈਰਾ ਵਗੈਰਾ। ਇਹ ਤਾਂ ਮਨਾ ਤੇਰੀ ਕਿਰਿਆ ਹੈ, ਜੋ ਕਾਫੀ ਸਮੇਂ ਤੋਂ ਚਲੀ ਆ ਰਹੀ ਹੈ। ਹੁਣ ਤੂੰ ਆਪ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਲੈ ਵੀ ਇਹਦੀ ਚੋਂ ਪ੍ਰਾਪਤੀ ਤੈਨੂੰ ਕੀ ਹੋਈ ਹੈ। ਦੂਜੇ ਪਾਸੇ ਉਹਨਾਂ ਗੁਰਮੁਖਾਂ ਵੱਲ ਵੇਖ ਲੈ ਕਿ ਉਹਨਾਂ ਨੂੰ ਕੀ ਪ੍ਰਾਪਤੀ ਹੋਈ। ਪਟੰਤਰਾ ਇੱਥੇ ਹੀ ਕਰਨਾ, ਪਟੰਤਰਾ ਕਿਤੇ ਦੂਰ ਨਹੀਂ ਕੀਤਾ ਜਾਂਦਾ, ਪਰਖਿਆ ਇੱਥੇ ਹੀ ਜਾਂਦਾ। ਨਾਨਕ ਪਰਖਿਆ ਆਪ ਕੋ ਸੋਈ ਪੁਰਖ ਸੁਜਾਨ। ਆਪਣੇ ਆਪ ਨੂੰ ਪਰਖ। ਜਿਨ੍ਹਾਂ ਪੁਰਖਾਂ ਨੇ ਗੁਰਬਾਣੀ ਲਿਖੀ ਹੈ ਉਹਨਾਂ ਨਾਲ ਆਪਣੇ ਆਪ ਨੂੰ ਰਲਾ। ਜੇ ਤੂੰ ਉਹਨਾਂ ਵਰਗਾ ਬਣ ਗਿਆ ਫਿਰ ਤਾਂ ਜੀਵਨ ਜਿੱਤ ਗਿਆ, ਜੇ ਤੂੰ ਉਹਨਾਂ ਵਰਗਾ ਨਹੀਂ ਬਣਿਆ ਫਿਰ ਜੀਵਨ ਨਹੀਂ ਜਿੱਤਿਆ। ਮੰਨੀ ਭਾਵੇਂ ਜਿੰਨਾ ਜਾ ਆਪਣੇ ਆਪ ਨੂੰ ਕਿ ਮੈਂ ਜੀਵਨ ਜਿੱਤਿਆ, ਉਹ ਤੇਰੀ ਆਪਣੀ ਮਨੌਤ ਹੈ। ਪਰ ਸੱਚਖੰਡ ਪ੍ਰਵਾਨ ਨਹੀਂ ਕਰਦਾ। ਗੁਰਬਾਣੀ ਕਹਿੰਦੀ ਹਰ ਕਾ ਸੇਵਕ ਸੋ ਹਰ ਜੀਹਾ। ਉਹੋ ਜਿਹਾ ਹੀ ਬਣਨਾ ਪੈਂਦਾ। ਭੇਦ ਨਾ ਜਾਣੋ ਮਾਨਸ ਦੇ। ਇਹ ਭੇਦ ਨੂੰ ਅਸੀਂ ਜਾਣਨਾ ਸੀ, ਅਸੀਂ ਤਾਂ ਜਾਣੇ ਹੀ ਨਹੀਂ। ਇਸ ਦਾ ਡਰਾਇਆ ਜਾਂਦਾ ਵੀ ਉਹਨਾਂ ਵਰਗੇ ਕਿੱਥੋਂ ਬਣ ਜਾਓਗੇ। ਜੇ ਉਹਨਾਂ ਵਰਗੇ ਨਹੀਂ ਬਣਾਂਗੇ ਤਾਂ ਫਿਰ ਉੱਥੇ ਤੱਕ ਵੀ ਨਹੀਂ ਪਹੁੰਚ ਸਕਦੇ ਜਿੱਥੇ ਉਹ ਰਹਿੰਦੇ। ਉਹ ਤਾਂ ਕਹਿੰਦੇ ਆ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਕਹਿੰਦੇ ਸਾਡੇ ਕੋਲ ਤਾਂ ਹੀ ਆ ਸਕਦੇ ਜੇ ਆਹ ਕੰਡੀਸ਼ਨ ਪੂਰੀ ਕਰੋਗੇ। ਤੇ ਹੁਣ ਗੁਰਬਾਣੀ 'ਚ ਲਿਖੀਆਂ ਗਈਆਂ ਕੰਡੀਸ਼ਨਾਂ ਨੇ, ਰੂਲ ਸਾਰੇ ਗੁਰਬਾਣੀ 'ਚ ਹੈ ਮੇਰੇ ਮਨਾ ਤੇਰੇ ਵਾਸਤੇ ਸਮਝਾਏ ਗਏ। ਇਹ ਇਕੱਲੀ ਪੜ੍ਹਨ ਵਾਸਤੇ ਨਹੀਂ ਹੈ ਗੁਰਬਾਣੀ, ਪੜ੍ਹ ਕੇ ਸਮਝਣ ਵਾਸਤੇ ਹੈ। ਸਮਝ ਕੇ ਫਿਰ ਉਹਨੂੰ ਪ੍ਰੈਕਟੀਕਲੀ ਲਾਗੂ ਕਰਨਾ, ਫਿਰ ਜੀਵਨ ਸ੍ਰੇਸ਼ਟ ਹੋ ਸਕਦਾ। ਨਹੀਂ ਤਾਂ ਫਿਰ ਜੋ ਲਿਖ ਲਿਖ ਪੜਿਆ ਤੇਤਾ ਖੜਿਆਈਏ, ਬਹੁ ਤੀਰਥ ਭਵਿਆ ਦੇਹੀ ਦੁੱਖ ਦੀਆ ਸੋਹਵੇ ਜੀਆ। ਫਿਰ ਤਾਂ ਇਹੀ ਚੱਕਰ ਵਿੱਚ ਜੀਵਨ ਬਤੀਤ ਹੋ ਜਾਵੇਗਾ। ਸੋ ਪਾਤਸ਼ਾਹ ਕਹਿੰਦੇ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ। ਹੁਣ ਚਾਰ ਖਾਣੀਆਂ ਵੀ ਮੰਨੀਆਂ ਹਨ, ਅੰਡਜ ਜੇਰਜ ਸੇਤਜ ਉਤਪਜ। ਇਹ ਸਾਡੀ ਧਰਤੀ ਤੇ ਹਨ। ਹੁਣ ਧਰਤੀਆਂ ਵੀ ਪਤਾ ਨਹੀਂ ਕਿੰਨੀਆਂ ਕੀ ਨੇ, ਬੇਅੰਤ ਹਨ, ਤੇ ਖਾਣੀਆਂ ਵੀ ਫਿਰ ਬੇਅੰਤ ਹੀ ਹੋਣਗੀਆਂ। ਹੁਕਮ ਵਿੱਚ ਤਾਂ ਬਹੁਤ ਕੁਝ ਹੈ, ਜਿੰਨਾ ਬੁੱਝਿਆ ਪਾਤਸ਼ਾਹ ਕਹਿੰਦੇ ਉਹੀ ਦੱਸਿਆ। ਬਾਣੀਆਂ ਵੀ ਵੈਸੇ ਚਾਰ ਹੀ ਮੰਨੀਆਂ ਨੇ, ਪਰਾ ਪਸੰਤੀ ਬੈਖਰੀ ਤੇ ਮਧਮਾ, ਪਰ ਬੇਅੰਤ ਵੀ ਆਖੀਆਂ ਹਨ। ਭਾਵ ਹੋਰ ਵੀ ਰਚਨਾ ਹੈ ਜੋ ਸਾਰੇ ਸਰੀਰਾਂ ਦੀ ਪਹੁੰਚ ਤੋਂ ਪਰੇ, ਉਸ ਨੂੰ ਹੁਕਮ ਨਾਲ ਜੁੜ ਕੇ ਹੀ ਵੇਖਿਆ ਜਾਂਦਾ ਹੈ। ਪੁਰਾਣੀਆਂ ਮੱਤਾਂ ਪਾਤਸ਼ਾਹ ਨੇ ਰੱਦ ਕਰ ਦਿੱਤੀਆਂ। ਕੋਈ ਵਿਰੋਧ ਈਰਖਾ ਕਰਕੇ ਨਹੀਂ, ਸਗੋਂ ਭਲਾ ਕਰਨ ਹਿੱਤ ਕਿ ਇਸ ਤੋਂ ਅੱਗੇ ਚਲੋ, ਹੁਕਮ ਨੂੰ ਬੁੱਝੋ, ਫਿਰ ਸਾਰੀ ਖੇਡ ਦਾ ਪਤਾ ਲੱਗੂ। ਨਹੀਂ ਤਾਂ ਤੁਸੀਂ ਭਰਮ 'ਚ ਪਏ ਸਾਡਾ ਵਿਰੋਧ ਹੀ ਕਰਦੇ ਰਹੋਗੇ। ਸੋ ਸਾਨੂੰ ਪਾਤਸ਼ਾਹ ਕਹਿੰਦੇ ਕੋਈ ਫਰਕ ਨਹੀਂ ਪੈਣਾ,
ਸ਼ਰਮਿੰਦਗੀ ਅੱਗੇ ਤੁਹਾਨੂੰ ਚੱਲਣੀ ਪਵੇਗੀ। ਕੇਤੇ ਪਾਤ ਨਰਿੰਦ, ਪਾਤ ਹੁੰਦਾ ਵੱਡੇ ਰਾਜੇ, ਚੱਕਰਵਰਤੀ, ਛਤਰਪਤੀ ਆਦਿ ਬਹੁਤ ਹੋਏ, ਭੂਮੀ ਨਾਲ ਜੁੜੇ ਤੇ ਭੂਮੀ ਵਿੱਚ ਹੀ ਮਿਲ ਗਏ। ਇਹ ਭੂਪਿਤ ਸਭ ਦਿਵਸ ਚਾਰ ਕੇ, 4 ਦਿਨਾਂ ਦੇ। ਕੋ ਹਰ ਸਮਾਨ ਨਹੀਂ ਰਾਜਾ, ਉਹਦੇ ਵਰਗਾ ਰਾਜਾ ਨਹੀਂ ਹੈ ਕੋਈ। ਨਰਿੰਦ ਹੁੰਦਾ ਛੋਟੇ ਰਾਜੇ, ਇੱਜ਼ਤਦਾਰ, ਸ਼ਾਹੂਕਾਰ, ਧਨਾਢ, ਲੱਖਪਤੀ, ਕਰੋੜਪਤੀ, ਅਰਬਪਤੀ, ਖਰਬਪਤੀ ਆਦਿ ਬਥੇਰੇ ਹਨ, ਪਰ ਸਭ ਮਾਇਆ ਦੇ ਅਧੀਨ ਨੇ, ਹੁਕਮ ਦੇ ਨਹੀਂ। ਮਾਇਆ ਗਈ ਤਾਂ ਰੋਬਨ ਲਗਤ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹਰੋਲ ਕਚੋਲਾ। ਸੋ ਪਾਤਸ਼ਾਹ ਕਹਿੰਦੇ ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਹਰ ਇੱਕ ਚੀਜ਼ ਨੂੰ ਪਾਤਸ਼ਾਹ ਨੇ ਸਮਝਾਇਆ। ਜਿੰਨੀਆਂ ਵੀ ਪਹਿਲਾਂ ਧਰਮ ਦੇ ਨਾਂ ਦੇ ਉੱਪਰ ਮਨੌਤਾਂ ਸਨ, ਸਭ ਨੂੰ ਪਾਤਸ਼ਾਹ ਨੇ ਸ਼ੁੱਧ ਕੀਤਾ, ਬੁਰਾ ਨਹੀਂ ਕੀਤਾ, ਸਹੀ ਦੱਸਿਆ ਕਿ ਅਸਲ ਆ ਚੀਜ਼ ਹੈ। ਕੇਤੀਆ ਸੁਰਤੀ ਸੇਵਕ ਕੀਤੇ, ਨਾਨਕ ਅੰਤ ਨ ਅੰਤ। ਹੁਣ ਪਾਤਸ਼ਾਹ ਕਹਿੰਦੇ ਕਿੰਨੇ ਤਰ੍ਹਾਂ ਦੇ ਲੋਕ ਧਿਆਨ ਲਾਉਣ ਵਾਲੇ ਧਿਆਨ ਲਾ ਰਹੇ ਆ, ਸੁਰਤੀਆਂ ਜੋੜਦੇ ਹਨ, ਕੋਈ ਅੱਖਾਂ ਦੇ ਵਿਚਕਾਰ, ਕੋਈ ਨੱਕ ਦੇ ਅਗਲੇ ਹਿੱਸੇ ਤੇ, ਕੋਈ ਤਿਰਕੁਟੀ ਵਿੱਚ, ਕੋਈ ਕਿਸੇ ਦੇ ਸਰੀਰ ਵਿੱਚ। ਕੇਤੇ ਹੀ ਹਨ, ਸੇਵਕ ਵੀ ਕੇਤੇ ਹੀ ਹਨ। ਕੀ ਸੇਵਾ, ਕੋਈ ਕਿਸੇ ਚੀਜ਼ ਨੂੰ ਸੇਵਾ ਮੰਨ ਕੇ ਕਰੀ ਜਾ ਰਿਹਾ ਹੈ, ਕੋਈ ਦਰਖਤਾਂ ਦੀ ਸੇਵਾ ਕਰਦਾ ਹੈ, ਦਰਖਤ ਲਾਉਂਦਾ ਹੈ, ਕੋਈ ਮੰਦਰ, ਮਸਜਿਦ, ਮਸੀਤ, ਗੁਰਦੁਆਰੇ ਬਣਾਉਣਾ, ਦਰਿਆਵਾਂ ਨੂੰ ਸਾਫ਼ ਕਰਨਾ, ਝਾੜੂ ਲਾਉਣੇ, ਪੋਚੇ ਲਾਉਣੇ, ਪ੍ਰਸ਼ਾਦੇ ਵਰਤਾਉਣੇ, ਪੈਸੇ ਦੇਣੇ, ਰਸਤਾ ਦੇਣੀਆਂ, ਇਹ ਸੇਵਾ ਮੰਨ ਕੇ ਹੀ ਸੇਵਾ ਕਰੀ ਜਾ ਰਹੇ ਹਨ। ਕੀਤੇ ਹੀ ਹਨ। ਪਾਤਸ਼ਾਹ ਕਹਿੰਦੇ ਸਭ ਕੁਝ ਬੇਅੰਤ ਹੀ ਬੇਅੰਤ ਹੈ, ਪਰ ਅਸਲ ਗੱਲ ਕਹਿੰਦੇ ਪਾਤਸ਼ਾਹ ਕਿਸੇ ਵਿਰਲੇ ਨੂੰ ਹੀ ਪਤਾ ਹੈ ਕਿ ਧਿਆਨ ਕਿਸ ਦਾ ਕਰਨਾ ਹੈ। ਇਹ ਕਿਸੇ ਵਿਰਲੇ ਨੂੰ ਪਤਾ ਹੈ ਸੇਵਾ ਕਿਸ ਦੀ ਕਰਨੀ ਹੈ, ਨਾਮ ਕਿਹੜਾ ਹੈ, ਉਹ ਨਾਮ ਜਪਣ ਦੇ ਨਾਲ ਕੀ ਫਲ ਮਿਲਦਾ ਹੈ, ਕਦੋਂ ਮਿਲਦਾ ਹੈ, ਉਹ ਸਾਰਾ ਕੁਝ ਕਿਸੇ ਬਿਰਲੇ ਨੂੰ ਪਤਾ ਹੈ, ਹਰ ਇੱਕ ਨੂੰ ਨਹੀਂ ਪਤਾ। ਤਾਂ ਹੀ ਗੁਰਬਾਣੀ ਦੇ ਅੰਦਰ ਪਾਤਸ਼ਾਹ ਬਾਰ-ਬਾਰ ਬਿਰਲੇ ਸ਼ਬਦ ਵਰਤਦੇ ਹਨ ਕਿ ਹੈਨ ਬਿਰਲੇ ਨਹੀਂ ਘਣੇ, ਫੈਲ ਫੱਕੜ ਸੰਸਾਰ। ਜਗ ਮੈਂ ਉੱਤਮ ਕਾਢੀ ਹੈ, ਬਿਰਲੇ ਕੇਈ ਕੇ। ਸੋ ਬਿਰਲੇ ਹਨ ਪਾਤਸ਼ਾਹ ਕਹਿੰਦੇ ਜਿਹੜੇ ਧਿਆਨ ਕਰਦੇ ਹਨ। ਕਿਹੜਾ ਧਿਆਨ ਕਰਦੇ ਹਨ? ਜੋ ਗੁਰਬਾਣੀ ਕਹਿੰਦੀ ਹੈ, ਸਤ ਸੰਤੋਖ ਕਾ ਧਰੋ ਧਿਆਨ। ਹੁਣ ਐਸਾ ਧਿਆਨ ਤਾਂ ਕੋਈ ਬਿਰਲਾ ਹੀ ਕਰਦਾ ਕਿ ਜਿਹੜਾ ਸਤ ਸੰਤੋਖ ਕਾ ਧਰੋ ਧਿਆਨ। ਸਤ ਜੀਵ ਆਪ ਹੈ, ਸੰਤੋਖੀ ਨਹੀਂ ਹੈ। ਸੰਤੋਖ ਧਾਰਨ ਵਾਸਤੇ ਨੂੰ ਗਿਆਨ ਦੀ ਲੋੜ ਹੈ, ਗਿਆਨ ਤੋਂ ਬਿਨਾਂ ਸੰਤੋਖ ਨਹੀਂ ਆਉਂਦਾ। ਜਦੋਂ ਇਹ ਸੰਤੋਖੀ ਹੋ ਜਾਂਦਾ, ਗਿਆਨ ਕਿਹੜਾ ਲੈਣਾ ਮਾਇਆ ਛੱਡਣ ਦਾ। ਮਾਇਆ ਧਿਆਨ ਨਾਲ ਨਹੀਂ ਛੱਡੀ ਜਾਂਦੀ, ਮਾਇਆ ਗਿਆਨ ਨਾਲ ਛੱਡੀ ਜਾਂਦੀ। ਜਦੋਂ ਮਾਇਆ ਨੂੰ ਇਹ ਛੱਡ ਜਾਂਦਾ ਗਿਆਨ ਦੇ ਨਾਲ, ਫਿਰ ਗਿਆਨ ਤੋਂ ਬਾਅਦ ਇਹਦਾ ਧਿਆਨ ਲੱਗਦਾ। ਜਦੋਂ ਇਹ ਸਤ ਸੰਤੋਖੀ ਹੋ ਜਾਂਦਾ, ਫਿਰ ਇਹਦਾ ਧਿਆਨ ਜੁੜਦਾ ਗਾਂ ਜਾ। ਉਹਨਾਂ ਚਿਰ ਧਿਆਨ ਲੱਗੇ ਨਹੀਂ ਸਕਦਾ, ਕਿਉਂਕਿ ਧਿਆਨ ਵੀ ਜੀਵ ਮਾਇਆ 'ਚ ਜੋੜਦਾ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਪਹਿਲਾਂ ਧੁਨ 'ਚ ਧਿਆਨ ਹੈ, ਫਿਰ ਉਸ ਧਿਆਨ 'ਚੋਂ ਜਾਣਿਆ ਜਾਂਦਾ ਹੈ। ਜਿਹੜੀ ਅੰਤਰ ਆਤਮਾ ਦੀ ਆਵਾਜ਼ ਹੈ, ਗਿਆਨ ਲੈ ਕੇ ਮਨ ਜਦੋਂ ਚੁੱਪ ਕਰਦਾ ਤਾਂ ਮਨ ਨੂੰ ਗਿਆਨ ਦੇ ਸਦਕਾ ਹੀ ਉਹ ਧੁਨ ਹੈ ਜਿਹੜੀ ਹੁਕਮ ਹੈ ਸੁਣਨ ਲੱਗ ਜਾਂਦਾ। ਅੰਤਰ ਦੀ ਸੋਝੀ ਆਉਂਦੀ ਹੈ, ਫਿਰ ਮਨ ਉਸ ਧਿਆਨ ਦੇ ਵਿੱਚ ਜੁੜਿਆ ਰਹਿੰਦਾ, ਉਸ ਸ਼ਬਦ ਵਿੱਚ ਜੁੜਿਆ ਰਹਿੰਦਾ। ਫਿਰ ਇਹ ਬਾਹਰ ਨਿਕਲਦਾ, ਉਹਨਾਂ ਚਿਰ ਨਹੀਂ ਨਿਕਲ ਸਕਦਾ। ਸੋ ਕਥਾ ਕੀ ਹੈ? ਜਿਵੇਂ ਹੁਣ ਸੰਸਾਰ 'ਚ ਕਥਾ ਹੋਰ ਪ੍ਰਚਲਿਤ ਹੈ, ਸੱਚਖੰਡ 'ਚ ਕਥਾ ਹੋਰ ਪ੍ਰਚਲਿਤ ਹੈ।
ਹੁਣ ਗੁਰਬਾਣੀ ਮੁਤਾਬਕ ਬਾ ਸੱਚਖੰਡ 'ਚ ਜਿਹੜੀ ਕਥਾ ਹੈ ਉਹ ਕੀ ਹੈ? ਕਥਨੀ ਕਥੀ ਹੈ ਬ੍ਰਹਮ ਗਿਆਨ, ਆਹ ਹੀ ਕਥਾ ਹੈ। ਇਹ ਹੁਣ ਕਥਾ ਉਹ ਕਰ ਸਕਦਾ ਜਿਹਨੂੰ ਬ੍ਰਹਮ ਦਾ ਗਿਆਨ ਹੈ। ਜਿਹਨੂੰ ਬ੍ਰਹਮ ਦਾ ਗਿਆਨ ਨਹੀਂ, ਜਿਹਦੇ ਅੰਦਰ ਬ੍ਰਹਮ ਦੀ ਸੋਝੀ ਨਹੀਂ, ਉਹ ਕਥਾ ਹੀ ਨਹੀਂ ਕਰ ਸਕਦਾ। ਪਰ ਸਾਡੇ ਤਾਂ ਹੁਣ ਸਾਰੀ ਕਥਾਵਾਚਕ ਨੇ, ਜਦ ਕਿ ਸਾਰੇ ਵਿਚਾਰਕ ਨੇ, ਕਥਾਵਾਚਕ ਨਹੀਂ। ਕਥਾਵਾਚਕ ਤਾਂ ਗੁਰੂ ਨਾਨਕ ਸਾਹਿਬ ਸੀ, ਕਬੀਰ ਸਾਹਿਬ ਜੀ ਸਨ, ਧਰੂੰ ਜੀ ਸਨ, ਪ੍ਰਹਲਾਦ ਜੀ ਸਨ, 10ਵੇਂ ਪਾਤਸ਼ਾਹ ਸਨ, ਜਿਨ੍ਹਾਂ ਨੇ ਬ੍ਰਹਮ ਦੀ ਕਥਾ ਕੀਤੀ ਹੈ। ਗੁਰਬਾਣੀ ਕਥਾ ਕਰਕੇ ਦਿੱਤੀ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਉਹਨਾਂ ਦਾ ਨਾਮ ਸੁਣਦਾ, ਜਿਹੜਾ ਨਾਮ ਸੁਣ ਰਿਹਾ ਹੈ, ਧੁਰ ਕੀ ਬਾਣੀ ਉਹਨਾਂ ਨੂੰ ਸੁਣ ਰਹੀ ਹੈ, ਉਹਨੂੰ ਜਦੋਂ ਸ਼ਬਦਾਂ ਵਿੱਚ ਲੈ ਕੇ ਆਉਂਦੇ ਆ, ਉਹ ਕਥਾ ਹੈ, ਉਹ ਗੁਰਬਾਣੀ ਹੈ। ਜਿਹੜੀ ਦਰਗਾਹ 'ਚ ਪ੍ਰਵਾਨਿਤ ਹੈ, ਸੰਸਾਰ 'ਚ ਹੀ ਕਥਾ ਪ੍ਰਵਾਨਿਤ ਹੈ ਜਿਹੜੀ ਚੱਲਦੀ ਹੈ, ਕਿਉਂਕਿ ਉਹ ਮਾਇਆਧਾਰੀਆਂ ਨੂੰ ਖੁਸ਼ ਕਰਦੇ ਆ। ਜਿਹੜੀ ਦਰਗਾਹ ਵਾਲੀ ਕਥਾ ਹੈ ਉਹ ਹੁਕਮੀਆਂ ਨੂੰ ਖੁਸ਼ ਕਰਦੇ। ਜਦੋਂ ਕੋਈ ਸੱਚਖੰਡ ਤੋਂ ਦਰਗਾਹ ਵਾਲੀ ਕਥਾ ਕਰਦਾ ਤਾਂ ਸੱਚਖੰਡ ਪ੍ਰਸੰਨ ਹੁੰਦਾ, ਉਹਨਾਂ ਦੇ ਉੱਪਰ ਵਾਹ ਕਰਦਾ। ਤੇ ਜੇ ਕੋਈ ਸੰਸਾਰ 'ਚ ਲੋਕਾਂ ਲਈ ਕੁਝ ਕਥਾ ਕਰਦਾ ਤੇ ਲੋਕ ਖੁਸ਼ ਹੋ ਜਾਂਦੇ ਵੀ ਵਾਹ ਵੀ ਵਾਹ, ਬੜੀ ਕਥਾ ਸੋਹਣੀ ਕੀਤੀ, ਸਿਰੇ ਹੀ ਕਰਤਾ, ਆਨੰਦ ਲਿਆ। ਤਾਂ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਕਥਾ 'ਚ ਫਿਰ ਤੁਹਾਨੂੰ ਸੁਣਾਇਆ ਕੀ ਹੈ, ਇੰਨਾ ਨਹੀਂ ਜੀ ਪਤਾ, ਬਸ ਆਨੰਦ ਲਿਆ। ਤੁਸੀਂ ਬਹੁਤੀਆਂ ਤਰਕਾਂ ਨਾ ਕਰਿਆ ਕਰੋ, ਤੁਸੀਂ ਸ਼ੰਕੇ ਜੇ ਨਾ ਕਰਿਆ ਕਰੋ। ਉਹ ਇਸ ਤਰ੍ਹਾਂ ਦੀ ਬਿਰਤੀ ਧਾਰ ਲੈਂਦੇ। ਤੇ ਤੁਸੀਂ ਗੁਰਬਾਣੀ 'ਚ ਵਚਨ ਦੇਖ ਸਕਦੇ ਹੋ। ਗੁਰਬਾਣੀ ਵਿੱਚ ਲਿਖੀਆਂ ਹੋਈਆਂ ਗੱਲਾਂ ਮੈਂ ਬਿਆਨ ਕਰਦਾ, ਆਪਣੇ ਕੋਲੋਂ ਨਹੀਂ ਹੈ। ਹੁਣ ਗੁਰਬਾਣੀ ਮੁਤਾਬਕ ਸੇਵਾ ਕੀ ਹੈ? ਸਾਡੀ ਸੇਵਾ ਜਿਹੜੀ ਸੰਸਾਰ 'ਚ, ਉਹ ਮੈਂ ਤੁਹਾਨੂੰ ਪਹਿਲਾਂ ਦੱਸਤਾ। ਪਰ ਇੱਕ ਸੇਵਾ ਦਰਗਾਹ 'ਚ ਵੀ ਪ੍ਰਵਾਨਿਤ ਹੈ। ਸਾ ਸੇਵਾ ਕੀਤੀ ਸਫਲ ਹੈ। ਜਿਹੜੀ ਸੇਵਾ ਸਫਲ ਹੁੰਦੀ ਹੈ, ਸਤਿਗੁਰ ਕਾ ਮਨ ਮੰਨੇ। ਹੁਣ ਸਤਿਗੁਰ ਦਾ ਮਨ ਮੰਨਣਾ ਬਹੁਤ ਜ਼ਰੂਰੀ ਹੈ, ਉਹ ਸੇਵਾ ਸਫਲ ਹੁੰਦੀ ਹੈ। ਹੁਣ ਜਿਹੜੀ ਸੰਸਾਰ 'ਚ ਕੀਤੀ ਜਾਂਦੀ ਹੈ, ਫਿਰ ਇਹ ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਵੇਖੀ ਚੱਲ ਨਾਲ ਦੇ ਨਾਲ ਹੀ। ਇਹੀ ਤਾਂ ਪਰਖ ਹੈ। ਇਸੇ ਵੱਲ ਨੂੰ ਤਾਂ ਗੁਰੂ ਸਾਹਿਬ ਨੇ ਲਿਖਿਆ ਕਿ ਨਾਨਕ ਪਰਖ ਹੈ ਆਪ ਕੋ। ਆਪਣੇ ਆਪ ਨੂੰ ਨਾਲ ਦੇ ਨਾਲ ਹੀ ਪਰਖ। ਕੀ ਗੁਰਬਾਣੀ ਕਹਿੰਦੀ ਕੀ ਹੈ? ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਆ, ਗੁਰ ਕੀ ਸੇਵਾ ਸ਼ਬਦ ਵਿਚਾਰ। ਜਿਹੜੀ ਦਰਗਾਹ 'ਚ ਪ੍ਰਵਾਨਿਤ ਹੈ, ਗੁਰ ਕੀ ਸੇਵਾ। ਗੁਰ ਕੀ ਗਿਆਨ ਆ, ਗੁਰਬਾਣੀ ਦਿੱਤੀ ਹੋਈ ਹੈ ਸਾਨੂੰ। ਇਹਦੀ ਸੇਵਾ ਕੀ ਹੈ? ਸ਼ਬਦ ਨੂੰ ਵਿਚਾਰ। ਇਹ ਸ਼ਬਦ ਰੂਪ ਵਿੱਚ ਹੈ, ਇਹਦੀ ਅਸੀਂ ਵਿਚਾਰ ਕਰ ਸਕਦੇ। ਦੇਖੋ ਵਿਚਾਰ ਆ ਗਿਆ, ਕਥਾ ਨਹੀਂ ਲਿਖਿਆ, ਵਿਚਾਰ ਲਿਖਿਆ। ਜਦੋਂ ਅਸੀਂ ਇਹਦੀ ਸ਼ਬਦ ਵਿਚਾਰ ਕਰਾਂਗੇ ਤਾਂ ਫਿਰ ਇਹਦਾ ਅਸਰ ਸਾਡੇ ਤੇ ਕੀ ਹੋਊਗਾ? ਜੇ ਅਸੀਂ ਸ਼ਬਦ ਵਿਚਾਰ ਵੀ ਸਹੀ ਕਰਦੇ ਹਾਂ, ਸਾਡੇ ਤੇ ਅਸਰ ਵੀ ਸਹੀ ਹੋਊਗਾ। ਹਉਮੈ ਮਾਰੀ ਕਰਨੀ ਸਾਰ। ਇਹ ਸਾਡੇ ਅੰਦਰੋਂ ਹਉਮੈ ਖਤਮ ਕਰੂਗੀ। ਹਉਮੈ ਮਾਰੀ ਕਰਨੀ ਸਾਰ। ਫਿਰ ਜਿਹੜਾ ਸਾਰ ਤੱਤ ਹੈ, ਸਾਨੂੰ ਪਤਾ ਲੱਗੂਗਾ ਵੀ ਕਰਨਾ ਕੀ ਹੈ। ਉਹ ਹੈ ਸਾਰ, ਉਹ ਹੈ ਤੱਤ, ਉਹ ਹੈ ਧੁਰ ਕੀ ਬਾਣੀ। ਉਹਦੀ ਪ੍ਰਾਪਤੀ ਹੋਵੇਗੀ। ਅੰਗ 223 ਦੇ ਉੱਪਰ ਬਚਨ ਹੈ, ਪਾਤਸ਼ਾਹ ਨੇ ਲਿਖਿਆ, ਅਸਲੀ ਸੇਵਾ ਇਹ ਹੈ ਮੇਰੇ ਮਨਾ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਪੰਨੇ। ਆ ਨਿਸ਼ਾਨੀ ਹੈ ਨਾਲ ਕਿ ਜਿਹੜੀ ਕਸਮਲ ਹੈ, ਮੈਲ ਲੱਗੀ ਹੈ ਕਾਸਾਂ ਦੀ, ਮਾਇਆ ਦੀ ਮੈਲ ਆ ਨਾ, ਜਿਹੜੀ ਮਾਇਆ ਨੂੰ ਵੇਖ ਕੇ ਪਾਪ ਕਰਦਾ, ਭਾਣੇ ਦਾ ਵਿਰੋਧ ਕਰਦਾ, ਸਤਿਗੁਰ ਦੀ ਇੱਛਾ ਦਾ ਵਿਰੋਧ ਕਰਦਾ। ਸਤਿਗੁਰ ਜੋ ਚਾਹੁੰਦਾ ਉਹ ਕਰਨਾ ਨਹੀਂ ਚਾਹੁੰਦਾ। ਇਹੀ ਤਾਂ ਕਸਮਲ ਹੈ, ਇਹੀ ਤਾਂ ਮੈਲ ਹੈ। ਸਤਿਗੁਰ ਕਹਿੰਦਾ ਕਰ। ਸਤਿਗੁਰ ਕੀ ਕਹਿੰਦਾ? ਸ਼ਬਦ ਵਿਚਾਰ ਕਰ। ਸ਼ਬਦ ਵਿਚਾਰ ਤੂੰ ਕਰਦਾ ਨਹੀਂ, ਕਿਉਂਕਿ ਤੈਨੂੰ ਵੀ ਪਤਾ ਵੀ ਜੇ ਮੈਂ ਸ਼ਬਦ ਵਿਚਾਰ ਕਰਨ ਲੱਗ ਗਿਆ ਫਿਰ ਤਾਂ ਮੈਨੂੰ ਰੁਕਣਾ ਪੈ ਜਾਣਾ। ਜਿੰਨਾ ਚਿਰ ਹੈ ਮੇਰੇ ਮਨਾ ਤੂੰ ਗੁਰਬਾਣੀ ਪੜ੍ਹੇਂਗਾ, ਤੂੰ ਰੋਕ ਨਹੀਂ ਸਕਦਾ। ਕਿਉਂਕਿ ਗੁਰਬਾਣੀ ਪੜ੍ਹਨ ਵਾਲਾ ਰੁਕੂ ਕਿੱਥੇ ਹੁੰਦਾ? ਫਟਾਫਟ ਹੁੰਦਾ ਵੀ ਮੈਂ ਛੇਤੀ ਪਾਠ ਕਰਕੇ ਜਾਵਾਂ।
ਅੱਜ ਕੱਲ੍ਹ ਤਾਂ ਹੈਰਾਨੀ ਬਹੁਤ ਹੈ ਜਿਹੜੇ ਗੁਰਬਾਣੀ ਦਾ ਪਾਠ ਕਰਦੇ। ਕੋਈ ਕਹਿੰਦਾ ਮੈਂ 2 ਮਿੰਟ ਜਪਜੀ ਸਾਹਿਬ ਦਾ ਪਾਠ ਕਰ ਦਿੰਦਾ, ਕੋਈ ਮੈਂ ਇੱਥੋਂ ਤੱਕ ਵੀ ਸੁਣਿਆ ਕਹਿੰਦੇ 5 ਮਿੰਟਾਂ ਦੇ ਵਿੱਚ ਸੋਗਰੀ ਸਾਹਿਬ ਦਾ ਪਾਠ ਕਰ ਦਿੰਦੇ। ਕਮਾਲ ਦੀ ਗੱਲ ਹੈ, ਐਡਾ ਵੀ ਕਿੰਨਾ ਕੁ ਅਭਿਆਸ ਹੋ ਸਕਦਾ ਹੈ, ਮੁਸ਼ਕਲ ਹੈ। ਫਿਰ 2 ਮਿੰਟ ਦੇ ਜਪਜੀ ਸਾਹਿਬ ਦਾ ਪਾਠ ਤੇ ਪੜ੍ਹਿਆ ਸੁਣਿਆ ਕੀ, ਫਿਰ ਉਹ ਤਾਂ ਫਿਰ ਇੱਕ ਦੇਖੇ ਹੀ ਨੇ ਅੱਖਰ। ਚਲੋ ਜੇ ਮੰਨ ਵੀ ਲਓ ਇੱਕ ਐਂਗਲ ਤੋਂ ਵੀ ਹੋ ਜਾਂਦਾ, ਫਿਰ ਉਹਦੀ ਪ੍ਰਾਪਤੀ ਦੱਸੋ ਵੀ ਤੁਹਾਨੂੰ ਪ੍ਰਾਪਤੀ ਕੀ ਹੋਈ ਉਹ 'ਚ। ਫਿਰ ਕੋਈ ਨਹੀਂ ਬੋਲਦਾ, ਜਦ ਕਿ ਗੁਰਬਾਣੀ 'ਚ ਕਿਤੇ ਐਸਾ ਬਚਨ ਨਹੀਂ ਲਿਖਿਆ। ਗੁਰਬਾਣੀ 'ਚ ਬਾਰ-ਬਾਰ ਪਾਤਸ਼ਾਹ ਕਹਿੰਦੇ ਜਪ, ਬਾਰ-ਬਾਰ ਸਮਝਾਉਂਦੇ ਆ ਪਾਤਸ਼ਾਹ ਵੀ ਮੇਰੀ ਗੱਲ ਐਨ ਚੰਗੀ ਤਰ੍ਹਾਂ ਧਿਆਨ ਦੇ ਕੇ ਸੁਣੀ, ਕਿਤੇ ਕੋਈ ਚੀਜ਼ ਗਲਤ ਨਾ ਸੁਣ ਲਈ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਤਰੀ ਕਾਨਾ। ਜਦੋਂ ਤੂੰ ਮੇਰੀ ਗੱਲ 'ਚ ਧਿਆਨ ਰੱਖੇਗਾ, ਸਮਝੇਗਾ, ਤੈਨੂੰ ਦੂਜੀ ਗੱਲ ਸੁਣਨੀ ਹੋਣੀ। ਤੇ ਜਦੋਂ ਤੇਰਾ ਧਿਆਨ ਮੇਰੀ ਗੱਲ 'ਚੋਂ ਟੁੱਟੂਗਾ, ਪਾਤਸ਼ਾਹ ਕਹਿੰਦੇ ਤੈਨੂੰ ਦੂਜੀ ਗੱਲ ਸੁਣੂਗੀ, ਤਾਂ ਹੀ ਤੇਰਾ ਧਿਆਨ ਟੁੱਟੂਗਾ। ਤਾਂ ਹੀ ਗੁਰਬਾਣੀ ਨੇ ਗਿਆਨ ਧਿਆਨ ਇਕੱਠਾ ਸ਼ਬਦ ਰੱਖਿਆ। ਦੂਜੀਆਂ ਮੱਤਾਂ ਵਾਲਿਆਂ ਕੋਲ ਜਾਂ ਤਾਂ ਗਿਆਨ ਹੈ ਤੇ ਜਾਂ ਧਿਆਨ ਹੈ, ਦੋ ਹੀ ਗੱਲਾਂ ਨੇ। ਉਹ ਕਹਿੰਦਾ ਜੀ ਇਸ ਤਾਂ ਗਿਆਨ ਨਹੀਂ ਬਹੁਤਾ ਵਰਤਦੇ। ਪੰਡਿਤ ਕੋਲ ਗਿਆਨ ਸੀ, ਜੋਗੀ ਕੋਲ ਧਿਆਨ ਸੀ। ਜੋਗੀ ਗਿਆਨ ਦੇ ਖਿਲਾਫ ਸੀ, ਪੰਡਿਤ ਧਿਆਨ ਦੇ ਖਿਲਾਫ ਸੀ, ਦੋਨਾਂ ਕੋਲ ਹੀ ਕੁਛ ਨਹੀਂ ਸੀ। ਤਾਂ ਹੀ ਗੁਰਬਾਣੀ 'ਚ ਪਾਤਸ਼ਾਹ ਨੇ ਲਿਖਿਆ ਪੰਡਿਤ ਰੋਵੈ ਗਿਆਨ ਗਵਾਏ। ਕਹਿੰਦੇ ਤੂੰ ਤਾਂ ਉਹ ਗਿਆਨ ਹੀ ਗਵਾ ਲਿਆ ਜਿਹੜਾ ਚਾਹੀਦਾ ਸੀ। ਜੋਗੀ ਨੂੰ ਕਹਿੰਦੇ ਤੂੰ ਧਿਆਨ 'ਚੋਂ ਦੱਸ ਦੇ ਤੈਨੂੰ ਕੀ ਮਿਲਿਆ। ਜੋ ਕੁਛ ਦੱਸਿਆ ਪਾਤਸ਼ਾਹ ਨੇ ਰੱਦ ਕਰਤਾ। ਸਿੱਧ ਗੋਸ਼ਟ ਪੜ੍ਹ ਕੇ ਵੇਖੋ, ਉਹਨੂੰ ਵਿਚਾਰ ਕੇ ਵੇਖੋ, ਉਹਨੂੰ ਸਮਝ ਕੇ ਵੇਖੋ। ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਗਿਆਨ ਧਿਆਨ। ਕਹਿੰਦੇ ਗਿਆਨ ਧਿਆਨ ਹੈ, ਕਿਛ ਕਰਮ ਨਾ ਜਾਣਾ। ਮੈਂ ਕਿਸੇ ਹੋਰ ਸੋਚ ਬਾਰੇ ਕੁਛ ਨਹੀਂ ਜਾਣਦਾ। ਕੋਈ ਕੀ ਕਹਿੰਦਾ, ਕੋਈ ਕੀ ਸਮਝਾਉਂਦਾ, ਪਾਤਸ਼ਾਹ ਕਹਿੰਦੇ ਸਾਨੂੰ ਨਹੀਂ ਪਤਾ, ਸਾਨੂੰ ਸਿਰਫ ਗਿਆਨ ਧਿਆਨ ਦਾ ਪਤਾ ਹੈ। ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਪਾਤਸ਼ਾਹ ਕਹਿੰਦੇ ਜਿਹਨੇ ਕਰਮ ਨੂੰ ਕੁਛ ਮੰਨਿਆ, ਆਪਣੀ ਸੋਚ ਨੂੰ ਕੁਛ ਮੰਨਿਆ, ਆਪਣੇ ਆਪ ਨੂੰ ਕਰਤਾ ਮੰਨਿਆ, ਕਹਿੰਦੇ ਸਾਰ ਨਾ ਜਾਣਾ ਤੇਰੀ। ਕਹਿੰਦੇ ਉਹਨੂੰ ਫਿਰ ਤੇਰੇ ਬਾਰੇ ਨਹੀਂ ਪਤਾ ਲੱਗਿਆ ਵੀ ਕੀ ਚੀਜ਼ ਹੈ। ਹੁਣ ਪਾਤਸ਼ਾਹ ਦੱਸਦੇ ਆ, ਕਹਿੰਦੇ ਗਿਆਨ ਧਿਆਨ 'ਚੋਂ ਮੈਨੂੰ ਕੀ ਮਿਲਿਆ। ਤੁਸੀਂ ਕਰਮ ਨੂੰ ਮੰਨਦੇ ਹੋ, ਮੈਂ ਗਿਆਨ ਧਿਆਨ ਨੂੰ ਮੰਨਿਆ। ਗਿਆਨ ਧਿਆਨ 'ਚੋਂ ਕੀ ਮਿਲਿਆ? ਸਭ ਤੇ ਵੱਡਾ ਸਤਿਗੁਰ। ਆ ਮੈਨੂੰ ਪਤਾ ਲੱਗਾ ਕਿ ਸਭ ਤੋਂ ਵੱਡਾ ਸਤਿਗੁਰ ਹੈ। ਸੱਚ ਹੀ ਸਭ ਤੋਂ ਵੱਡਾ ਹੈ। ਸੱਚ ਸਭਨਾ ਕਾ ਖਸਮ ਹੈ। ਨਾਨਕ ਜਿਨ ਕਲ ਰਾਖੀ ਮੇਰੀ। ਨਾਨਕ ਜੀ ਕਹਿੰਦੇ ਜਿਹਨੇ ਮੇਰੀ ਕਲਪਨਾ ਖਤਮ ਕਰਤੀ, ਜਿਹਨੇ ਮੇਰੀ ਭੱਜ ਦੌੜ ਖਤਮ ਕਰ ਦਿੱਤੀ, ਉਹ ਹੈ ਸਭ ਤੋਂ ਵੱਡਾ ਸੱਚ ਦਾ ਗਿਆਨ। ਉਸ ਗਿਆਨ ਦੇ ਵਿੱਚ ਮੇਰਾ ਧਿਆਨ ਹੈ। ਉਸ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਮੈਂ ਲੱਗਿਆ ਹੋਇਆ। ਤਾਂ ਹੀ ਪਾਤਸ਼ਾਹ ਨੇ ਲਿਖਿਆ ਗੋਰਾ ਇੱਕ ਦੇਹ ਬੁਝਾਈ। ਇਹ ਗੱਲ ਮੈਂ ਬੁੱਝ ਲਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਾ ਕੁਛ ਹੈ ਮੇਰੇ ਮਨਾ, ਪਾਤਸ਼ਾਹ ਨੇ ਤੇਰੇ ਵਾਸਤੇ ਸਮਝਾਇਆ। ਸਮਝ ਲੈ, ਬਾਕੀ ਜੋ ਵੀ ਹੈ, ਜੋ ਸੰਸਾਰ 'ਚ ਹੋ ਰਿਹਾ ਸਭ ਸਾਫ ਸਵਾਈ ਹੈ ਜਾਂ ਕੰਮ ਧੰਦਾ ਹੈ। ਗੁਰਮੁਖਾਂ ਦਾ ਨਾਮ ਸੇਵਾ ਵਿੱਚ ਧਿਆਨ ਇੱਕੋ ਹੀ ਹੈ। ਸੰਸਾਰੀਆਂ ਦਾ ਸੇਵਾ ਵੀ ਵੱਖਰੀ ਹੈ, ਗਿਆਨ ਵੀ ਵੱਖਰਾ, ਧਿਆਨ ਵੀ ਵੱਖਰਾ, ਜਪ ਵੀ ਵੱਖਰਾ। ਜੋ ਸੰਸਾਰੀ ਨੇ, ਗੁਰਮੁਖਾਂ ਦਾ ਸਾਰਾ ਕੁਝ ਇੱਕੋ ਹੀ ਹੈ। ਗੁਰਮੁਖ ਬਹੁਤਾ ਆਲਾ ਦਾਲਾ ਨਹੀਂ ਝਾਕਦੇ, ਸਿਰਫ ਇੱਕ ਹੋਣ ਤੱਕ ਹੀ ਉਹਦਾ ਮਕਸਦ ਹੈ। ਸੋ ਪਾਤਸ਼ਾਹ ਕਹਿੰਦੇ ਕੀਤੀ ਅਸੁਰਤੀ ਸੇਵ ਕੀਤੇ ਨਾਨਕ ਅੰਤ। ਕਹਿੰਦੇ ਕੋਈ ਅੰਤ ਨਹੀਂ ਹੈ ਇੱਥੇ ਕੀ ਕੁਛ ਹੋ ਰਿਹਾ ਧਰਮ ਦੇ ਨਾਂ ਦੇ ਉੱਪਰ, ਕਿਉਂਕਿ ਸਾਰੇ ਹੀ ਆਪ ਆਪਣੀ ਬੁੱਧ ਨਾਲ ਲੱਗੇ ਹੋਏ ਹੈ। ਜੇ ਤਾਂ ਲੱਗਦੇ ਗੁਰ ਦੀ ਬੁੱਧ ਦੇ ਨਾਲ, ਉਹ ਤੋਂ ਵਿਵੇਕ ਬੁੱਧੀ ਪ੍ਰਾਪਤ ਕਰਦੇ, ਫਿਰ ਤਾਂ ਗੁਰੂ ਵੀ ਇੱਕੋ ਹੀ ਹੈ, ਫਿਰ ਤਾਂ ਉਹਦੇ ਵਰਗੇ ਇੱਕੋ ਹੀ ਬਣ ਕੇ ਰਹਿ ਜਾਂਦੇ। ਹੁਣ ਸੰਸਾਰ ਦੇ ਵਿੱਚ ਹਰ ਇੱਕ ਦੀ ਆਪੋ ਆਪਣੀ ਮੱਤ ਹੈ, ਉਹਦੇ ਅਨੁਸਾਰ ਜੁੜ ਕੇ, ਤੇ ਇਸੇ ਕਰਕੇ ਸਭ ਦੀਆਂ ਆਪੋ ਆਪਣੀਆਂ ਮੱਤਾਂ ਨੇ। ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਇੱਕ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖੀਅਤ ਪ੍ਰਾਨ ਪਤੀ ਕੇ।
ਪਾਤਸ਼ਾਹ ਕਹਿੰਦੇ ਮੈਂ ਸਾਰਿਆਂ ਨੂੰ ਦੇਖ ਲਿਆ ਜਿੰਨੇ ਵੀ ਸੰਸਾਰ 'ਚ ਸੰਤ ਸੀ, ਪਰ ਪ੍ਰਾਣਪਤੀ ਵਾਲੀ ਮੱਤ ਕਿਸੇ ਕੋਲ ਵੀ ਨਹੀਂ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਆ। ਨਹੀਂ ਪਤਾ ਲੱਗਿਆ। ਸੋ ਇੱਥੋਂ ਤੱਕ ਇਹ ਅੱਜ ਦੀ ਵਿਚਾਰ ਸੀ, ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।